ਮਹੱਲਾ ਪਹਿਲਾ ਪੰਨਾ 144। ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ। ਕਈ ਪ੍ਰਾਣੀਆਂ ਨੂੰ ਕਈ ਕਿਸਮ ਦੇ ਸਵਾਦਲੇ ਭੋਜਨ ਮਿਲਦੇ ਹਨ ਤੇ ਕਈ ਮਿੱਟੀ ਵਿੱਚ ਰਹਿ ਕੇ ਮਿੱਟੀ ਖਾਂਦੇ ਹਨ। ਕਈ ਪ੍ਰਾਣਾਯਾਮ ਦੇ ਅਭਿਆਸੀ ਪ੍ਰਾਣਾਯਾਮ ਵਿੱਚ ਲੱਗੇ ਰਹਿੰਦੇ ਹਨ। ਕਈ ਨਿਰੰਕਾਰ ਦੇ ਉਪਾਸ਼ਕ ਹਨ ਤੇ ਉਸ ਦੇ ਨਾਮ ਦੇ ਆਸਰੇ ਜਿਉਂਦੇ ਹਨ। ਜੋ ਮਨੁੱਖ ਇਹ ਮੰਨਦਾ ਹੈ ਕਿ ਸਿਰ ਤੇ ਦਾਤਾ ਰਾਖਾ ਹੈ, ਉਹ ਪ੍ਰਭੂ ਨੂੰ ਵਿਸਾਰ ਕੇ ਆਤਮਿਕ ਮੌਤ ਨਹੀਂ ਮਰਦਾ। ਹੇ ਨਾਨਕ, ਉਹ ਜੀਵ ਠੱਗੇ ਜਾਂਦੇ ਹਨ ਜਿਨ੍ਹਾਂ ਦੇ ਮਨ ਵਿੱਚ ਉਹ ਪ੍ਰਭੂ ਨਹੀਂ ਹੈ। ਪੌੜੀ। ਪੂਰੇ ਸਤਿਗੁਰ ਦੀ ਦੱਸੀ ਹੋਈ ਕਾਰ ਪ੍ਰਭੂ ਦੀ ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ। ਗੁਰੂ ਦੀ ਮੱਤ ਨਾਲ ਆਪਾ ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ। ਪ੍ਰਭੂ ਦੀ ਬੰਦਗੀ ਵਿਸਾਰ ਕੇ ਹੋਰ ਕੰਮ ਵਿੱਚ ਰੁੱਝਿਆ ਮਨੁੱਖਾ ਜਨਮ ਵਿਅਰਥ ਜਾਂਦਾ ਹੈ, ਕਿਉਂਕਿ ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ ਉਹ ਆਤਮਿਕ ਜੀਵਨ ਵਾਸਤੇ ਜ਼ਹਿਰ ਸਮਾਨ ਹੋ ਜਾਂਦਾ ਹੈ। ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿੱਚ ਜੁੜੀਦਾ ਹੈ। ਗੁਰੂ ਦੀ ਦੱਸੀ ਕਾਰ ਤੋਂ ਬਿਨਾਂ ਸੁੱਖ ਵਿੱਚ ਮਨ ਦਾ ਟਿਕਾਓ ਨਹੀਂ ਹੋ ਸਕਦਾ। ਮੁੜ ਮੁੜ ਜਨਮ ਮਰਨ ਵਿੱਚ ਆਈਦਾ ਹੈ। ਦੁਨੀਆ ਦਾ ਪਿਆਰ ਖੋਟੀ ਪੂੰਜੀ ਹੈ, ਇਹ ਕਮਾਈ ਕੂੜ ਦਾ ਵਪਾਰ ਹੈ। ਹੇ ਨਾਨਕ, ਨਿਰੋਲ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਕੇ ਇੱਥੋਂ ਇੱਜ਼ਤ ਨਾਲ ਜਾਈਦਾ ਹੈ। ਸ਼ਲੋਕ ਮਹੱਲਾ ਪਹਿਲਾ। ਜਦੋਂ ਤੇਰੀ ਰਜ਼ਾ ਹੁੰਦੀ ਹੈ, ਭਾਵ ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼ ਵਜਾਉਂਦੇ ਹਨ ਤੇ ਗਾਉਂਦੇ ਹਨ, ਤੀਰਥਾਂ ਤੇ ਜਲ ਵਿੱਚ ਇਸ਼ਨਾਨ ਕਰਦੇ ਹਨ, ਕਈ ਪਿੰਡੇ ਉੱਤੇ ਸੁਆਹ ਮਲਦੇ ਹਨ ਤੇ ਸਿੰਘੀ ਦਾ ਨਾਦ ਵਜਾਉਂਦੇ ਹਨ। ਕਈ ਜੀਵ ਕੁਰਾਨ ਆਦਿਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾ ਤੇ ਸ਼ੇਖ ਅਖਵਾਉਂਦੇ ਹਨ। ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸਵਾਦਾਂ ਦੇ ਭੋਜਨ ਵਰਤਦੇ ਹਨ। ਕੋਈ ਤਲਵਾਰ ਚਲਾਉਂਦੇ ਹਨ ਤੇ ਧੌਣ ਨਾਲੋਂ ਸਰੀਰ ਵੱਢੇ ਜਾਂਦੇ ਹਨ। ਕੋਈ ਪਰਦੇਸ ਜਾਂਦੇ ਹਨ, ਉੱਧਰ ਦੀਆਂ ਗੱਲਾਂ ਸੁਣ ਕੇ ਮੁੜ ਆਪਣੇ ਘਰ ਆਉਂਦੇ ਹਨ। ਹੇ ਪ੍ਰਭੂ, ਇਹ ਵੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ ਤੇਰੇ ਨਾਮ ਵਿੱਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿੱਚ ਤੁਰਦੇ ਹਨ, ਤੈਨੂੰ ਪਿਆਰੇ ਲੱਗਦੇ ਹਨ। ਨਾਨਕ ਇੱਕ ਅਰਜ਼ ਕਰਦਾ ਹੈ ਕਿ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਹੋਰ ਸਾਰੇ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਹੈ ਕੂੜ ਕਮਾ ਰਹੇ ਹਨ, ਭਾਵ ਉਹ ਸੌਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ। ਮਹੱਲਾ ਪਹਿਲਾ ਪੰਨਾ 145। ਜਦੋਂ ਇਹ ਗੱਲ ਠੀਕ ਹੈ ਕਿ ਤੂੰ ਵੱਡਾ ਹੈ, ਵੱਡਾ ਪ੍ਰਭੂ ਜਗਤ ਦਾ ਕਰਤਾਰ ਹੈ, ਤਾਂ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਤੇਰੀਆਂ ਹੀ ਵਡਿਆਈਆਂ ਹਨ, ਕਿਉਂਕਿ ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ। ਜਦੋਂ ਇਹ ਗੱਲ ਠੀਕ ਹੈ ਕਿ ਤੂੰ ਵੱਡਾ ਪ੍ਰਭੂ ਜਗਤ ਦਾ ਕਰਤਾਰ ਹੈ, ਤਾਂ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਤੇਰੀਆਂ ਹੀ ਵਡਿਆਈਆਂ ਹਨ, ਕਿਉਂਕਿ
ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ। ਜਦੋਂ ਇਹ ਯਕੀਨ ਬੱਝ ਜਾਏ ਕਿ ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈ, ਤਾਂ ਹਰੇਕ ਜੀਵ ਸੱਚਾ ਦਿਸਦਾ ਹੈ, ਕਿਉਂਕਿ ਹਰੇਕ ਜੀਵ ਵਿੱਚ ਤੂੰ ਆਪ ਮੌਜੂਦ ਹੈ। ਤਾਂ ਫਿਰ ਇਸ ਜਗਤ ਵਿੱਚ ਕੋਈ ਕੂੜਾ ਨਹੀਂ ਹੋ ਸਕਦਾ। ਜੋ ਕੁਝ ਬਾਹਰ ਦਿਖਾਵੇ ਮਾਤਰ ਦਿਸ ਰਿਹਾ ਹੈ, ਆਖਣਾ ਵੇਖਣਾ, ਇਹ ਬੋਲ ਚਾਲ, ਇਹ ਜਿਉਣਾ ਤੇ ਮਰਨਾ, ਇਹ ਸਭ ਕੁਝ ਮਾਇਆ ਰੂਪ ਹੈ, ਅਸਲੀਅਤ ਨਹੀਂ ਹੈ। ਅਸਲੀਅਤ ਪ੍ਰਭੂ ਆਪ ਹੀ ਹੈ। ਜੋ ਕੁਝ ਬਾਹਰ ਦਿਖਾਵੇ ਮਾਤਰ ਦਿਸ ਰਿਹਾ ਹੈ, ਇਹ ਆਖਣਾ ਵੇਖਣਾ, ਇਹ ਬੋਲ ਚਾਲ, ਇਹ ਜਿਉਣਾ ਤੇ ਮਰਨਾ, ਇਹ ਸਭ ਕੁਝ ਮਾਇਆ ਰੂਪ ਹੈ, ਅਸਲੀਅਤ ਨਹੀਂ ਹੈ। ਅਸਲੀਅਤ ਪ੍ਰਭੂ ਆਪ ਹੀ ਹੈ। ਹੇ ਨਾਨਕ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਆਪਣੀ ਹੁਕਮ ਰੂਪ ਸੱਤਿਆ ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿੱਚ ਤੋਰ ਰਿਹਾ ਹੈ। ਪੌੜੀ। ਜੇ ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ ਤਾਂ ਭਟਕਣਾ ਦੂਰ ਹੋ ਜਾਂਦੀ ਹੈ। ਉਹੀ ਕੰਮ ਕਰਨਾ ਚਾਹੀਦਾ ਹੈ ਜੋ ਗੁਰੂ ਕਰਨ ਲਈ ਆਖੇ। ਜੇ ਸਤਿਗੁਰ ਮਿਹਰ ਕਰੇ ਤਾਂ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ। ਗੁਰੂ ਦੇ ਸਨਮੁਖ ਹੋਇਆਂ ਪ੍ਰਭੂ ਦੀ ਬੰਦਗੀ ਰੂਪ ਸਭ ਤੋਂ ਚੰਗਾ ਲਾਭ ਮਿਲਦਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਰਾ ਕੂੜ, ਨਿਰਾ ਹਨੇਰਾ ਹੀ ਖੱਟਦਾ ਹੈ। ਜੇ ਸੱਚੇ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਸੱਚੇ ਦਾ ਨਾਮ ਜਪੀਏ ਤਾਂ ਇਸ ਸੱਚੇ ਨਾਮ ਦੇ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦਾ ਹੈ। ਹੇ ਨਾਨਕ, ਜਿਸ ਦੇ ਪੱਲੇ ਸਦਾ ਸੱਚ ਹੈ, ਉਹ ਸੱਚ ਦਾ ਵਪਾਰੀ ਹੈ, ਉਹ ਸੱਚ ਵਿੱਚ ਲੀਨ ਰਹਿੰਦਾ ਹੈ। ਸ਼ਲੋਕ ਮਹੱਲਾ ਪਹਿਲਾ, ਪੰਨਾ 145। ਇਹ ਘੋਰ ਕਲਯੁਗੀ ਸੁਭਾਉ ਮਾਨੋ ਛੁਰੀ ਹੈ, ਜਿਸ ਦੇ ਕਾਰਨ ਰਾਜੇ ਜ਼ਾਲਮ ਹੋ ਰਹੇ ਹਨ। ਇਸ ਵਾਸਤੇ ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ ਮਾਨੋ ਮੱਸਿਆ ਦੀ ਰਾਤ ਹੈ, ਇਸ ਵਿੱਚ ਸੱਚ ਰੂਪ ਚੰਦਰਮਾ ਕਿਤੇ ਚੜ੍ਹਿਆ ਨਹੀਂ ਦਿਸਦਾ। ਮੈਂ ਇਸ ਚੰਦਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ। ਹਨੇਰੇ ਵਿੱਚ ਕੋਈ ਰਾਹ ਨਹੀਂ ਦਿਸਦਾ। ਇਸ ਹਨੇਰੇ ਵਿੱਚ ਸ੍ਰਿਸ਼ਟੀ ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ। ਹੇ ਨਾਨਕ, ਕਿਵੇਂ ਇਸ ਤੋਂ ਖਲਾਸੀ ਹੋਵੇ। ਮਹੱਲਾ ਤੀਜਾ। ਇਸ ਕਲਯੁਗੀ ਸੁਭਾਵ ਰੂਪ ਹਨੇਰੇ ਨੂੰ ਦੂਰ ਕਰਨ ਲਈ ਪ੍ਰਭੂ ਦੀ ਸਿਫਤ ਸਲਾਹ ਸਮਰੱਥ ਹੈ। ਇਹ ਸਿਫਤ ਸਲਾਹ ਜਗਤ ਵਿੱਚ ਉੱਘਾ ਚਾਨਣ ਹੈ, ਪਰ ਕੋਈ ਵਿਰਲਾ ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿੱਚੋਂ ਪਾਰ ਲੰਘਦਾ ਹੈ। ਹੇ ਨਾਨਕ, ਜਿਸ ਪ੍ਰਭੂ ਜਿਸ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਇਹ ਕਿਰਤ ਰੂਪ ਚਾਨਣ ਦਿੰਦਾ ਹੈ। ਹੇ ਨਾਨਕ, ਪ੍ਰਭੂ ਜਿਸ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਇਹ ਕੀਰਤ ਰੂਪ ਚਾਨਣ ਦਿੰਦਾ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਰੂਪ ਰਤਨ ਲੱਭ ਲੈਂਦਾ ਹੈ। ਪੌੜੀ। ਜਗਤ ਵਿੱਚ ਇਹ ਨਿੱਤ ਵੇਖ ਰਹੇ ਹਾਂ
ਕਿ ਭਗਤਾਂ ਤੇ ਦੁਨੀਦਾਰਾਂ ਦਾ ਕਦੇ ਜੋੜ ਨਹੀਂ ਬਣਦਾ, ਪਰ ਜਗਤ ਰਚਨਾ ਵਿੱਚ ਪ੍ਰਭੂ ਵੱਲੋਂ ਇਹ ਕੋਈ ਉਕਾਈ ਨਹੀਂ ਹੈ, ਇਹ ਕੋਈ ਕਮੀ ਨਹੀਂ ਹੈ। ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ ਤੇ ਕਿਸੇ ਦਾ ਖੁੰਝਾਇਆ ਵੀ ਖੁੰਝਦਾ ਨਹੀਂ। ਇਹ ਉਸਦੀ ਆਪਣੀ ਰਜ਼ਾ ਹੈ ਕਿ ਉਸਨੇ ਆਪ ਹੀ ਭਗਤ ਆਪਣੇ ਚਰਨ ਵਿੱਚ ਜੋੜੇ ਹੋਏ ਹਨ। ਉਹ ਨਿਰੋਲ ਬੰਦਗੀ ਰੂਪਕਾਰ ਕਰਦੇ ਹਨ। ਦੁਨੀਆਦਾਰ ਵੀ ਉਸਨੇ ਆਪ ਹੀ ਖੁੰਝਾਏ ਹਨ। ਉਹ ਝੂਠ ਬੋਲ ਬੋਲ ਕੇ ਆਤਮਿਕ ਮੌਤ ਦਾ ਮੂਲ ਵਿਉ ਖਾ ਰਹੇ ਹਨ। ਉਹਨਾਂ ਨੂੰ ਇਹ ਸਮਝ ਹੀ ਨਹੀਂ ਆਈ ਕਿ ਇੱਥੋਂ ਤੁਰ ਵੀ ਜਾਣਾ ਹੈ, ਸੋ ਉਹ ਕਾਮ ਕ੍ਰੋਧ ਰੂਪ ਜ਼ਹਿਰ ਜਗਤ ਵਿੱਚ ਵਧਾ ਰਹੇ ਹਨ। ਉਸ ਦੀ ਆਪਣੀ ਰਜ਼ਾ ਵਿੱਚ ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ। ਉਹ ਹਰ ਵੇਲੇ ਨਾਮ ਸਿਮਰ ਰਹੇ ਹਨ। ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਖਤਮ ਕੀਤੀ ਹੈ, ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ। ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ ਦਰ ਤੇ ਸੋਭਾ ਪਾਉਂਦੇ ਹਨ। ਸ਼ਲੋਕ ਮਹੱਲਾ ਪਹਿਲਾ। ਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਇੱਕ ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ, ਵੇਲੇ ਸਿਰ ਭਾਵ ਅੰਮ੍ਰਿਤ ਵੇਲੇ ਮਨ ਨਾਲ ਜੰਗ ਕਰਦੇ ਹਨ, ਭਾਵ ਆਲਸ ਵਿੱਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ, ਉਹੀ ਪੂਰੇ ਸ਼ਾਹ ਹਨ। ਦਿਨ ਚੜ੍ਹੇ ਮਨ ਦੀਆਂ ਵਾਸਨਾ ਖਿੱਲਰ ਜਾਂਦੀਆਂ ਹਨ। ਮਨ ਕਈ ਰਾਹੀਂ ਦੌੜਦਾ ਹੈ। ਮਨੁੱਖ ਦੁਨੀਆ ਦੇ ਧੰਦਿਆਂ ਦੇ ਡੂੰਘੇ ਸਮੁੰਦਰ ਵਿੱਚ ਪੈ ਜਾਂਦੇ ਹਨ। ਇੱਥੇ ਹੀ ਅਜਿਹੇ ਗੋਤੇ ਖਾਂਦੇ ਹਨ, ਭਾਵ ਫਸਦੇ ਹਨ ਕਿ ਨਿਕਲ ਹੀ ਨਹੀਂ ਸਕਦੇ। ਤੀਜੇ ਪਹਿਰ ਭੁੱਖ ਤੇ ਤ੍ਰਹਿ ਦੋਵੇਂ ਚਮਕ ਪੈਂਦੀਆਂ ਹਨ। ਰੋਟੀ ਖਾਣ ਦੇ ਆਹਰੇ ਜੀਵ ਲੱਗ ਜਾਂਦੇ ਹਨ। ਜਦੋਂ ਜੋ ਕੁਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ। ਚੌਥੇ ਪਹਿਰ ਨੀਂਦ ਆ ਦਬਾਂਦੀ ਹੈ। ਅੱਖਾਂ ਮੀਟ ਕੇ ਕੂਕ ਨੀਂਦਰ ਵਿੱਚ ਸੌਂ ਜਾਂਦਾ ਹੈ। ਨੀਂਦਰੋਂ ਉੱਠ ਕੇ ਮੁੜ ਜਗਤ ਦੇ ਧੰਦਿਆਂ ਦਾ ਉਹੀ ਝਮੇਲਾ, ਮਾਨੋ ਮਨੁੱਖ ਨੇ ਇੱਥੇ ਸੈਂਕੜਿਆਂ ਵਰ੍ਹਿਆਂ ਦੇ ਜਿਉਣ ਦਾ ਘੋਲ ਮਚਾਇਆ ਹੋਇਆ ਹੈ। ਸੋ ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ ਜਦੋਂ ਅੰਮ੍ਰਿਤ ਵੇਲੇ ਦੇ ਅਭਿਆਸ ਨਾਲ ਅੱਠੇ ਪਹਿਰ ਪਰਮਾਤਮਾ ਦਾ ਡਰ ਅਦਬ ਮਨ ਵਿੱਚ ਟਿਕ ਜਾਏ, ਤਾਂ ਸਾਰੇ ਵੇਲੇ ਵਕਤਾਂ ਵਿੱਚ ਮਨ ਪ੍ਰਭੂ ਚਰਨਾਂ ਵਿੱਚ ਜੁੜ ਸਕਦਾ ਹੈ। ਇਸ ਤਰ੍ਹਾਂ ਹੇ ਨਾਨਕ, ਜੇ ਅੱਠੇ ਪਹਿਰ ਮਾਲਕ ਮਨ ਵਿੱਚ ਵਸਿਆ ਰਹੇ ਤਾਂ ਸਦਾ ਟਿਕੇ ਰਹਿਣ ਵਾਲਾ ਆਤਮਿਕ ਇਸ਼ਨਾਨ ਪ੍ਰਾਪਤ ਹੁੰਦਾ ਹੈ। ਮਹੱਲਾ ਦੂਜਾ, ਪੰਨਾ 146। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ, ਉਹੀ ਮਨੁੱਖ ਪੂਰੇ ਸ਼ਾਹ ਹਨ। ਉਹ ਇੱਕ ਪਰਮਾਤਮਾ ਦੇ ਰੰਗ ਪਿਆਰ ਵਿੱਚ ਅੱਠੇ ਪਹਿਰ ਦੁਨੀਆ ਵੱਲੋਂ ਬੇਪਰਵਾਹ ਰਹਿੰਦੇ ਹਨ, ਭਾਵ ਕਿਸੇ ਦੇ ਮੁਹਤਾਜ ਨਹੀਂ ਹੁੰਦੇ। ਪਰ ਅਜਿਹੇ ਬੰਦੇ ਬੜੇ ਘੱਟ ਮਿਲਦੇ ਹਨ ਜੋ ਅਥਾਹ ਪ੍ਰਭੂ ਦੇ ਦੀਦਾਰ ਵਿੱਚ ਤੇ ਸਰੂਪ ਵਿੱਚ ਹਰ ਵੇਲੇ ਜੁੜੇ ਰਹਿਣ। ਪੂਰੇ ਬੋਲ ਬੋਲਣ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ, ਹੇ ਨਾਨਕ, ਜਿਸ ਮਨੁੱਖ ਨੂੰ ਪੂਰਨ ਬਣਾ ਦਿੰਦਾ ਹੈ, ਉਸ ਦਾ ਤੋਲ ਘਟਦਾ ਨਹੀਂ, ਭਾਵ ਰੱਬ ਨਾਲ ਉਸ ਦਾ ਅੱਠੇ ਪਹਿਰ ਦਾ ਸੰਬੰਧ ਘਟਦਾ ਨਹੀਂ। ਇਸ ਸ਼ਲੋਕ ਦੇ ਲਫ਼ਜ਼ ਗੌਰ ਨਾਲ ਪਹਿਲੇ ਸ਼ਲੋਕ ਦੇ ਲਫ਼ਜ਼ਾਂ ਨਾਲ ਰਲਾ ਕੇ ਵੇਖੋ। ਸਾਫ਼ ਪਿਆ ਦਿਸਦਾ ਹੈ ਕਿ ਇਹ ਸ਼ਲੋਕ ਉਚਾਰਨ ਵੇਲੇ ਗੁਰੂ ਅੰਗਦ ਸਾਹਿਬ ਜੀ
ਨੇ ਆਪਣੇ ਸਾਹਮਣੇ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਮੌਜੂਦ ਸੀ, ਤੇ ਇਹ ਇਕੱਲਾ ਸ਼ਲੋਕ ਕਿਉਂ ਹੋਵੇਗਾ? ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਉਹਨਾਂ ਪਾਸ ਹੋਵੇਗੀ। ਸੋ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਹੀ ਹਰੇਕ ਗੁਰੂ ਦੇ ਪਾਸ ਆਪਣੇ ਤੋਂ ਪਹਿਲੇ ਗੁਰੂ ਦੀ ਬਾਣੀ, ਸਾਰੀ ਬਾਣੀ ਗੁਰਿਆਈ ਦੇ ਵਿਰਸੇ ਵਿੱਚ ਚਲੀ ਆ ਰਹੀ ਹੈ। ਪੌੜੀ। ਹੇ ਪ੍ਰਭੂ, ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਮੇਰਾ ਰਾਖਾ ਹੈ ਤਾਂ ਮੈਨੂੰ ਕਿਸੇ ਹੋਰ ਦੀ ਮੁਤਾਜੀ ਨਹੀਂ ਹੈ। ਪਰ ਜਿਸ ਜੀਵ ਇਸਤਰੀ ਨੂੰ ਜਗਤੇ ਧੰਦੇ ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ ਮਹਿਲ ਨਹੀਂ ਲੱਭਦਾ। ਉਸਨੇ ਕਠੋਰ ਚਿੱਤ ਦੇ ਕਾਰਨ ਆਪਣੀ ਸਾਰੀ ਮਿਹਨਤ ਵਿਅਰਥ ਗਵਾ ਲਈ ਹੈ। ਜਿਸ ਹਿਰਦੇ ਵਿੱਚ ਸੱਚ ਨਹੀਂ ਵਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ। ਭਾਵ ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ। ਜਦੋਂ ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ, ਪੂਰੇ ਵੱਟੇ ਨਾਲ ਤੋਲ ਕੇ ਕਿਵੇਂ ਪੂਰਾ ਉਤਰੇ। ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ ਤਾਂ ਕੋਈ ਇਸ ਨੂੰ ਤੋਲੋ ਘੱਟ ਨਹੀਂ ਆਖਦਾ। ਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ। ਇਹ ਸੌਦਾ ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ, ਤਦੋਂ ਹੀ ਹੱਟੀ ਤੋਂ ਪੂਰੇ ਗੁਰ, ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ। ਸ਼ਲੋਕ ਮਹੱਲਾ ਦੂਜਾ। ਜੇ ਧਰਤੀ ਦੇ 9 ਖੰਡਾਂ ਵਿੱਚੋਂ 9ਵਾਂ ਖੰਡ ਮਨੁੱਖ ਸਰੀਰ ਨੂੰ ਮੰਨ ਲਿਆ ਜਾਵੇ, ਤਾਂ 8 ਪਹਿਰ ਮਨੁੱਖ ਦੇ ਮਨ ਧਰਤੀ ਦੇ ਸਾਰੇ 8 ਖੰਡੀ ਪਦਾਰਥਾਂ ਵਿੱਚ ਲੱਗਾ ਰਹਿੰਦਾ ਹੈ। ਜੇ ਧਰਤੀ ਦੇ 9 ਖੰਡਾਂ ਵਿੱਚੋਂ 9ਵਾਂ ਖੰਡ ਮਨੁੱਖੀ ਸਰੀਰ ਨੂੰ ਮੰਨ ਲਿਆ ਜਾਏ, ਤਾਂ 8 ਪਹਿਰ ਮਨੁੱਖ ਦੇ ਮਨ ਧਰਤੀ ਦੇ ਸਾਰੇ 8 ਖੰਡੀ ਬ੍ਰਹਿਮੰਡਾਂ ਵਿੱਚ ਲੱਗਾ ਰਹਿੰਦਾ ਹੈ। ਹੇ ਨਾਨਕ, ਕੋਈ ਵਿਰਲੇ ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ ਇਸ 9ਵੇਂ ਖੰਡ ਸਰੀਰ ਵਿੱਚ 9 ਨਿਧ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ। ਭਾਵ ਕਿ ਮਨੁੱਖੀ ਸਰੀਰ ਜਿਸ ਵਿੱਚ 9 ਨਿਧ ਨਾਮ ਦਾ ਖਜ਼ਾਨਾ ਹੈ, ਅਥਾਹ ਗੁਣਾਂ ਵਾਲੇ ਪ੍ਰਭੂ ਦਾ ਨਿਵਾਸ ਹੈ, ਮਨੁੱਖ ਇਸ ਨੂੰ ਛੱਡ ਕੇ ਧਰਤੀ ਦੇ ਹੋਰ ਪਦਾਰਥਾਂ ਦੀ ਖੋਜ ਵਿੱਚ ਅਤੇ ਪਦਾਰਥਾਂ ਦੇ ਮੋਹ ਵਿੱਚ ਹੀ ਆਪਣਾ ਜੀਵਨ ਵਿਅਰਥ ਕਰ ਦਿੰਦਾ ਹੈ। ਸਵੇਰ ਦੇ ਚੌਥੇ ਪਹਿਰ ਭਾਵ ਅੰਮ੍ਰਿਤ ਵੇਲੇ ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿੱਚ ਇਹ 9 ਨਿਧ ਨਾਮ ਲਈ ਚਾਅ ਪੈਦਾ ਹੁੰਦਾ ਹੈ। ਉਸ ਵੇਲੇ ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਉਹਨਾਂ ਦੇ ਮਨ ਵਿੱਚ ਤੇ ਮੂੰਹ ਵਿੱਚ ਸੱਚਾ ਨਾਮ ਵਸਦਾ ਹੈ। ਉੱਥੇ ਸਤ ਸੰਗਤ ਵਿੱਚ ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ। ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਜਿਵੇਂ ਤਾਓ ਦੇ ਕੇ ਸੋਨੇ ਨੂੰ ਕੱਸ ਲਾਈਦੀ ਹੈ, ਤਿਵੇਂ ਅੰਮ੍ਰਿਤ ਵੇਲੇ ਦੀ ਘਾਲ ਕਮਾਈ ਦੀ ਉਹਨਾਂ ਦੇ ਸਰੀਰ ਨੂੰ ਕੱਸ ਲਾਈਦੀ ਹੈ। ਭਗਤੀ ਦਾ ਸੋਹਣਾ ਰੰਗ ਚੜ੍ਹਦਾ ਹੈ। ਜਦੋਂ ਸਰਾਫ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਫਿਰ ਤਪਾਉਣ ਵਾਲਾ ਹੋਰ ਘਾਲਾਂ, ਫਿਰ ਤਪਾਉਣ ਭਾਵ ਹੋਰ ਘਾਲਾਂ ਦੀ ਲੋੜ ਨਹੀਂ ਰਹਿੰਦੀ। ਜਦੋਂ ਸਰਾਫ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਫਿਰ ਤਪਾਉਣਾ
ਭਾਵ ਹੋਰ ਘਾਲਾਂ ਦੀ ਲੋੜ ਨਹੀਂ ਹੁੰਦੀ। 8ਵਾਂ ਪਹਿਰ ਅੰਮ੍ਰਿਤ ਵੇਲਾ ਪ੍ਰਭੂ ਚਰਨਾਂ ਵਿੱਚ ਵਰਤ ਕੇ ਬਾਕੀ ਦੇ 7 ਪਹਿਰ ਵੀ ਭਲਾ ਆਚਰਣ ਬਣਾਉਣ ਦੀ ਲੋੜ ਹੈ। 8ਵਾਂ ਪਹਿਰ ਅੰਮ੍ਰਿਤ ਵੇਲਾ ਪ੍ਰਭੂ ਦੇ ਚਰਨਾਂ ਵਿੱਚ ਵਰਤ ਕੇ ਬਾਕੀ ਦੇ 7 ਪਹਿਰ ਵੀ ਭਲਾ ਆਚਰਣ ਬਣਾਉਣ ਦੀ ਲੋੜ ਹੈ। ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ। ਉਹਨਾਂ ਦੀ ਸੰਗਤ ਵਿੱਚ ਬੈਠਿਆਂ ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ। ਝੂਠ ਦੀ ਪੂੰਜੀ ਘਟਦੀ ਹੈ। ਝੂਠ ਦੀ ਪੂੰਜੀ ਘਟਦੀ ਹੈ, ਕਿਉਂਕਿ ਉਸ ਸੰਗਤ ਵਿੱਚ ਖੋਟੇ ਕੰਮਾਂ ਨੂੰ ਸੁੱਟ ਦਈਦਾ ਹੈ ਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਅਤੇ ਹੇ ਨਾਨਕ, ਉੱਥੇ ਇਹ ਵੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ। ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ। ਦੁੱਖ ਸੁੱਖ ਉਹ ਖਾਸਮ ਪ੍ਰਭੂ ਆਪ ਹੀ ਦਿੰਦਾ ਹੈ। ਮਹੱਲਾ ਦੂਜਾ, ਪੰਨਾ 146। ਹਵਾ ਜੀਵਾਂ ਦਾ ਮਾਨੋ ਗੁਰੂ ਹੈ। ਭਾਵ ਹਵਾ ਸਰੀਰਾਂ ਲਈ ਇਉਂ ਹੈ ਜਿਵੇਂ ਗੁਰੂ ਜੀਵਾਂ ਦੇ ਲਈ ਆਤਮਾ ਹੈ। ਪਾਣੀ ਸਭ ਦਾ ਪਿਓ ਹੈ ਤੇ ਧਰਤੀ ਸਭ ਦੀ ਵੱਡੀ ਮਾਂ ਹੈ। ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ। ਇਹਨਾਂ ਨਾਲ ਸਾਰਾ ਸੰਸਾਰ ਖੇਡ ਰਿਹਾ ਹੈ। ਭਾਵ ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਤੇ ਦਿਨੇ ਕਾਰ ਵਿਹਾਰ ਵਿੱਚ ਪਰਚੇ ਪਏ ਹਨ। ਧਰਮਰਾਜ ਬੜੇ ਗੌਰ ਨਾਲ ਇਹਨਾਂ ਦੇ ਕੀਤੇ ਹੋਏ ਚੰਗੇ ਅਤੇ ਮੰਦੇ ਕੰਮ ਨਿਤ ਵਿਚਾਰਦਾ ਹੈ ਤੇ ਆਪੋ ਆਪਣੇ ਇਹਨਾਂ ਕੀਤੇ ਹੋਏ ਕੰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ। ਪ੍ਰਭੂ ਦੇ ਦਰ ਤੇ ਉਹ ਸੁਰਖਰੂ ਹਨ। ਹੋਰ ਬਥੇਰੀ ਲੁਕਾਈ ਵੀ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮੁਕਤ ਹੋ ਜਾਂਦੀ ਹੈ। ਪੌੜੀ। ਜਿਸ ਭਾਗਾਂ ਵਾਲੇ ਨੂੰ ਸਤਿਗੁਰੂ ਨੇ ਆਤਮਾ ਲਈ ਪ੍ਰਭੂ ਪ੍ਰੇਮ ਰੂਪ ਸੱਚਾ ਭੋਜਨ ਦੱਸਿਆ ਹੈ, ਉਹ ਸੱਚੇ ਮਨੁੱਖ ਸੱਚੇ ਪ੍ਰਭੂ ਵਿੱਚ ਹੀ ਪਰਚ ਜਾਂਦੇ ਹਨ। ਸੱਚੇ ਪ੍ਰਭੂ ਵਿੱਚ ਟਿਕ ਕੇ ਪ੍ਰਸੰਨ ਰਹਿੰਦੇ ਹਨ। ਉਹ ਪ੍ਰਭੂ ਦੇ ਚਰਨ ਰੂਪ ਸਵੈ ਸਰੂਪ ਵਿੱਚ ਵਸਦੇ ਹਨ। ਮਾਨੋ ਸਦਾ ਥਿਰ ਰਹਿਣ ਵਾਲੇ ਕਿਲੇ ਵਿੱਚ ਪਿੰਡ ਵਸਦਾ ਹੈ। ਗੁਰੂ ਦੇ ਤੁਰਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ ਤੇ ਪ੍ਰਭੂ ਦੇ ਨਾਮ ਵਿੱਚ ਰਹਿ ਕੇ ਖਿੜੇ ਰਹਿ ਸਕੀਦਾ ਹੈ। ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿੱਚ ਕੂੜ ਦੇ ਸੌਦੇ ਦੇ ਰਾਹੀਂ ਨਹੀਂ ਅੱਪੜ ਸਕੀਦਾ। ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ ਥਾਂ ਗਵਾ ਬੈਠੀਦਾ ਹੈ। ਸੱਚੇ ਸ਼ਬਦ ਰੂਪ ਰਾਹਦਾਰੀ ਦੇ ਰਾਹੀਂ ਪ੍ਰਭੂ ਨੂੰ ਮਿਲਣ ਦੇ ਰਾਹ ਵਿੱਚ ਕੋਈ ਰੋਕ ਨਹੀਂ ਪੈਂਦੀ। ਪ੍ਰਭੂ ਦਾ ਨਾਮ ਸੁਣ ਕੇ, ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਿਲ ਵਿੱਚ ਸੱਦਾ ਪੈਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਜੇ ਮੈਂ ਅੱਗ ਵੀ ਪਹਿਨ ਲਵਾਂ ਜਾਂ ਬਰਫ਼ ਵਿੱਚ ਘਰ ਬਣਾ ਲਵਾਂ, ਭਾਵ ਜੇ ਮੇਰੇ ਮਨ ਵਿੱਚ ਇਤਨੀ ਤਾਕਤ ਆ ਜਾਏ ਕਿ ਮੈਂ ਅੱਗ ਵਿੱਚ ਤੇ ਬਰਫ਼ ਵਿੱਚ ਬੈਠ ਸਕਾਂ, ਲੋਹੇ ਨੂੰ ਭੋਜਨ ਬਣਾ ਲਵਾਂ, ਲੋਹਾ ਖਾ ਲਵਾਂ, ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਲਵਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿੱਚ ਤੋਰ ਸਕਾਂ, ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿੱਚ ਰੱਖ ਕੇ ਪਿਛਲੇ ਛਾਬੇ ਵਿੱਚ 4 ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,
ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨਾ ਸਕੇ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, ਭਾਵ ਆਪਣੇ ਹੁਕਮ ਵਿੱਚ ਚਲਾਵਾਂ, ਜੇ ਮੇਰੇ ਮਨ ਵਿੱਚ ਇਤਨਾ ਬਲ ਹੋ ਜਾਏ ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਵਾਵਾਂ, ਤਾਂ ਵੀ ਇਹ ਸਭ ਕੁਛ ਤੁੱਛ ਹੈ। ਖਸਮ ਪ੍ਰਭੂ ਜਿੱਡਾ ਵੱਡਾ ਆਪ ਹੈ, ਉਤਨੀਆਂ ਹੀ ਉਸ ਦੀਆਂ ਬਖਸ਼ਿਸ਼ਾਂ ਹਨ। ਜੇ ਰਜ਼ਾ ਦਾ ਮਾਲਕ ਸਾਈਂ ਹੋਰ ਵੀ ਬੇਅੰਤ ਤਾਕਤਾਂ ਦੀਆਂ ਦਾਤਾਂ ਮੈਨੂੰ ਦੇ ਦੇਵੇ ਤਾਂ ਇਹ ਵੀ ਤੁੱਛ ਹਨ। ਅਸਲ ਗੱਲ ਇਹ ਹੈ ਕਿ ਹੇ ਨਾਨਕ, ਜਿਸ ਬੰਦੇ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੇ ਸੱਚੇ ਨਾਮ ਦੀ ਰਾਹੀਂ ਵਡਿਆਈ ਬਖਸ਼ਦਾ ਹੈ। ਭਾਵ ਇਹਨਾਂ ਮਾਨਸਿਕ ਤਾਕਤਾਂ ਨਾਲੋਂ ਵੱਧ ਕੇ ਨਾਮ ਦੀ ਬਰਕਤ ਹੈ। ਮਹੱਲਾ ਦੂਜਾ। ਪੰਨਾ 147। ਮੂੰਹ ਬੋਲ ਬੋਲ ਕੇ ਰੱਜਦਾ ਨਹੀਂ, ਮੂੰਹ ਬੋਲ ਬੋਲ ਕੇ ਰੱਜਦਾ ਨਹੀਂ, ਭਾਵ ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ। ਕੰਨ ਗੱਲਾਂ ਸੁਣਨ ਨਾਲ ਨਹੀਂ ਰੱਜਦੇ, ਅੱਖਾਂ ਰੂਪ ਰੰਗ ਵੇਖ ਵੇਖ ਕੇ ਨਹੀਂ ਰੱਜਦੀਆਂ। ਇਹ ਸਾਰੇ ਇੰਦਰੇ ਇੱਕ ਇੱਕ ਕਿਸਮ ਦੇ ਗੁਣਾਂ ਰਸਾਂ ਦੇ ਗਾਹਕ ਹਨ। ਆਪੋ ਆਪਣੇ ਰਸਾਂ ਦੀ ਗਾਹਕੀ ਵਿੱਚ ਰੱਜਦੇ ਨਹੀਂ। ਰਸਾਂ ਦੇ ਅਧੀਨ ਹੋਏ ਇਹਨਾਂ ਇੰਦਰੀਆਂ ਦਾ ਚਸਕਾ ਹਟਦਾ ਨਹੀਂ। ਸਮਝਾਇਆਂ ਵੀ ਭੁੱਖ ਮਿਟ ਨਹੀਂ ਸਕਦੀ। ਇਹ ਨਾਨਕ, ਤ੍ਰਿਸ਼ਨਾ ਦਾ ਮਾਰਿਆ ਮਨੁੱਖ ਜਦੋਂ ਹੀ ਤ੍ਰਿਪਤ ਹੋ ਸਕਦਾ ਹੈ, ਤ੍ਰਿਸ਼ਨਾ ਦਾ ਮਾਰਿਆ ਹੋਇਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਵਿਚਾਰ ਕੇ ਉਸ ਵਿੱਚ ਲੀਨ ਹੋ ਜਾਏ। ਪੌੜੀ। ਜੇ ਪ੍ਰਭੂ ਦੇ ਨਾਮ ਵਿਸਾਰ ਦਈਏ ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ। ਇਸ ਕੂੜ ਵਿੱਚ ਮਨ ਇਤਨਾ ਗੱਡਿਆ ਜਾਂਦਾ ਹੈ, ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਹਨ। ਇਸ ਦਾ ਇਹ ਨਿਕਾਰਾ ਸਰੀਰ ਮਿੱਟੀ ਵਿੱਚ ਹੀ ਰੁਲ ਜਾਂਦਾ ਹੈ, ਭਾਵ ਐਵੇਂ ਅਜਾਈਂ ਚਲਾ ਜਾਂਦਾ ਹੈ। ਜੋ ਕੁਝ ਖਾਂਦਾ ਪਹਿਨਦਾ ਹੈ, ਉਹ ਸਗੋਂ ਹੋਰ ਤ੍ਰਿਸ਼ਨਾ ਵਧਾਉਂਦਾ ਹੈ। ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿੱਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ। ਕੂੜੇ ਲਾਲਚ ਵਿੱਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ, ਤੇ ਇਸ ਕਰਕੇ ਇਹ ਜਗਤ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ। ਮਨੁੱਖਾ ਸਰੀਰ ਵਿੱਚ ਇਹ ਜੋ ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਬੁਝ ਸਕਦੀ ਹੈ। ਸ਼ਲੋਕ ਮਹੱਲਾ ਪਹਿਲਾ। ਪੰਨਾ 147। ਹੇ ਨਾਨਕ, ਪੂਰਨ ਸੰਤੋਖ ਸਰੂਪ ਗੁਰੂ ਮਾਨੋ ਇੱਕ ਰੁੱਖ ਹੈ, ਜਿਸ ਨੂੰ ਧਰਮ ਰੂਪ ਫੁੱਲ ਲੱਗਦਾ ਹੈ ਤੇ ਗਿਆਨ ਰੂਪ ਫਲ ਲੱਗਦੇ ਹਨ। ਪ੍ਰੇਮ ਜਲ ਨਾਲ ਰਸਿਆ ਹੋਇਆ ਇਹ ਰੁੱਖ ਸਦਾ ਹਰਾ ਰਹਿੰਦਾ ਹੈ। ਪਰਮਾਤਮਾ ਦੀ ਬਖਸ਼ਿਸ਼ ਨਾਲ ਪ੍ਰਭੂ ਚਰਨਾਂ ਵਿੱਚ ਧਿਆਨ ਜੋੜਿਆਂ ਇਹ ਗਿਆਨ ਫਲ ਪੱਕਦਾ ਹੈ। ਭਾਵ ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਚਰਨਾਂ ਵਿੱਚ ਸੁਰਤ ਜੋੜਦਾ ਹੈ, ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ। ਇਸ ਗਿਆਨ ਫਲ ਨੂੰ ਖਾਣ ਵਾਲਾ ਮਨੁੱਖ ਪ੍ਰਭੂ ਮੇਲ ਦੇ ਆਨੰਦ ਮਾਣਦਾ ਹੈ। ਮਨੁੱਖ ਲਈ ਪ੍ਰਭੂ ਦਰ ਤੋਂ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ। ਮਹੱਲਾ ਪਹਿਲਾ। ਪੰਨਾ 147।
ਗੁਰੂ ਮਾਨੋ ਸੋਨੇ ਦਾ ਰੁੱਖ ਹੈ, ਮੋਂਗਾ ਸ੍ਰੇਸ਼ਟ ਬਚਨ ਉਸ ਦੇ ਪੱਤਰ ਹਨ। ਲਾਲ ਜਵਾਹਰ ਗੁਰੂ ਵਾਕ ਉਸ ਦੇ ਫੁੱਲ ਹਨ। ਉਸ ਗੁਰੂ ਰੁੱਖ ਦੇ ਮੂੰਹੋਂ ਉਚਾਰੇ ਹੋਏ ਸ੍ਰੇਸ਼ਟ ਬਚਨ ਰੂਪ ਫਲ ਲੱਗਦੇ ਹਨ। ਗੁਰੂ ਆਪਣੇ ਹਿਰਦੇ ਵਿੱਚ ਸਦਾ ਖਿੜਿਆ ਰਹਿੰਦਾ ਹੈ। ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ, ਉਹ ਗੁਰੂ ਦੇ ਚਰਨੀ ਲੱਗ ਕੇ ਗੁਰੂ ਦੇ ਚਰਨਾਂ ਨੂੰ 68 ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ ਗੁਰੂ ਚਰਨਾਂ ਨੂੰ ਪੂਜਦਾ ਹੈ। ਨਿਰਦਇਤਾ, ਮੋਹ, ਲੋਭ ਅਤੇ ਕ੍ਰੋਧ ਇਹ ਚਾਰੇ ਅੱਗ ਦੀਆਂ ਨਦੀਆਂ ਜਗਤ ਵਿੱਚ ਚੱਲ ਰਹੀਆਂ ਹਨ। ਜੋ ਮਨੁੱਖ ਇਹਨਾਂ ਨਦੀਆਂ ਵਿੱਚ ਵੜਦੇ ਹਨ, ਸੜ ਜਾਂਦੇ ਹਨ। ਹੇ ਨਾਨਕ, ਪ੍ਰਭੂ ਦੀ ਮਿਹਰ ਨਾਲ ਗੁਰੂ ਦੇ ਚਰਨੀ ਲੱਗ ਕੇ ਇਹਨਾਂ ਨਦੀਆਂ ਤੋਂ ਪਾਰ ਲੰਘੀਦਾ ਹੈ। ਪੌੜੀ। ਹੇ ਬੰਦੇ, ਇਸ ਤ੍ਰਿਸ਼ਨਾ ਨੂੰ ਮਾਰ ਕੇ ਜਿਉਂਦਿਆਂ ਹੀ ਮਰ, ਤਾਂ ਕਿ ਅੰਤ ਨੂੰ ਪਛਤਾਉਣਾ ਨਾ ਪਏ। ਕਿਸੇ ਵਿਰਲੇ ਨੂੰ ਸਮਝ ਆ ਗਈ ਹੈ ਕਿ ਇਹ ਸੰਸਾਰ ਝੂਠਾ ਹੈ। ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ ਜਗਤ ਦੇ ਧੰਦੇ ਵਿੱਚ ਭਟਕਦਾ ਫਿਰਦਾ ਹੈ ਤੇ ਸੱਚ ਦਾ ਪਿਆਰ ਨਹੀਂ ਪਾਉਂਦਾ। ਇਹ ਗੱਲ ਚੇਤੇ ਨਹੀਂ ਰੱਖਦਾ ਕਿ ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ ਹਰ ਵੇਲੇ ਖੜਾ ਹੈ। ਇਹ ਜੰਮ ਪ੍ਰਭੂ ਦੇ ਹੁਕਮ ਵਿੱਚ ਹਰੇਕ ਦੇ ਸਿਰ ਤੇ ਮੌਜੂਦ ਹੈ ਤੇ ਦਾਅ ਲਾ ਕੇ ਮਾਰਦਾ ਹੈ। ਜੀਵ ਦੇ ਕੀ ਵੱਸ, ਪ੍ਰਭੂ ਆਪ ਹੀ ਆਪਣਾ ਪਿਆਰ ਬਖਸ਼ਦਾ ਹੈ ਤੇ ਜੀਵ ਦੇ ਮਨ ਵਿੱਚ ਆਪਣਾ ਆਪ ਵਸਾਉਂਦਾ ਹੈ। ਜਦੋਂ ਸਵਾਸ ਪੂਰੇ ਹੋ ਜਾਂਦੇ ਹਨ, ਪਲਕ ਮਾਤਰ ਇੱਥੇ ਢਿੱਲ ਨਹੀਂ ਲਾਈ ਜਾ ਸਕਦੀ। ਇਹ ਗੱਲ ਸਤਿਗੁਰੂ ਦੀ ਮਿਹਰ ਨਾਲ ਕੋਈ ਵਿਰਲਾ ਬੰਦਾ ਸਮਝ ਕੇ ਸੱਚ ਵਿੱਚ ਜੁੜਦਾ ਹੈ। ਸ਼ਲੋਕ ਮਹੱਲਾ ਪਹਿਲਾ। ਹੇ ਪ੍ਰਭੂ, ਜਿਸ ਮਨੁੱਖ ਦੇ ਚਿੱਤ ਵਿੱਚ ਤੂੰ ਨਹੀਂ ਵਸਦਾ, ਉਸ ਦੇ ਮਨ ਵਿੱਚ ਤੇ ਮੂੰਹ ਵਿੱਚ ਤੂਮੀ, ਤੂਮਾ, ਜ਼ਹਿਰ ਜ਼ਹਿਰ, ਅੱਕ, ਧਤੂਰਾ ਤੇ ਨਿੰਮ ਰੂਪ ਫਲ ਵਸ ਰਹੇ ਹਨ। ਹੇ ਪ੍ਰਭੂ, ਜਿਸ ਮਨੁੱਖ ਦੇ ਚਿੱਤ ਵਿੱਚ ਤੂੰ ਨਹੀਂ ਵਸਦਾ, ਉਸ ਦੇ ਮਨ ਵਿੱਚ ਤੇ ਮੂੰਹ ਵਿੱਚ ਤੂਮੀ ਭਾਵ ਕੌੜ ਤੂਮਾ, ਜ਼ਹਿਰ, ਅੱਕ, ਧਤੂਰਾ ਤੇ ਨਿੰਮ ਰੂਪ ਫਲ ਵਸ ਰਹੇ ਹਨ। ਭਾਵ ਉਸ ਦੇ ਮਨ ਵਿੱਚ ਵੀ ਕੁੜੱਤਣ ਹੈ ਤੇ ਮੂੰਹੋਂ ਵੀ ਕੌੜੇ ਬਚਨ ਬੋਲਦਾ ਹੈ। ਇਹ ਨਾਨਕ, ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ। ਪ੍ਰਭੂ ਤੋਂ ਬਿਨਾਂ ਹੋਰ ਕਿਸ ਦੇ ਅੱਗੇ ਇਹਨਾਂ ਦੀ ਵਿਥਿਆ ਦੱਸੀਏ। ਭਾਵ ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ।